ਸਤਿ ਸ਼੍ਰੀ ਅਕਾਲ ਜੀ। ਮੇਰੇ ਨਾਲ ਨੇ ਇਸ ਟਾਈਮ ਹਰਬੰਸ ਸਿੰਘ ਚੁੱਗ ਗੁਰਦੁਆਰਾ ਨਾਨਕ ਮੱਤਾ ਸਾਹਿਬ ਦੀ ਚੁਣੀ ਹੋਈ ਕਮੇਟੀ ਦੇ ਅਧਿਕਸ਼ ਨੇ। ਇਹਨਾਂ ਦੇ ਨਾਲ ਗੱਲਬਾਤ ਕਰਨੇ ਆ। ਹਰਬੰਸ ਸਿੰਘ ਜੀ, ਸਭ ਤੋਂ ਪਹਿਲਾਂ ਗੱਲ ਕਰੀਏ ਕਿ ਐਜੂਕੇਸ਼ਨ ਕਮੇਟੀ ਨੂੰ ਲੈ ਕੇ, ਬਾਈਲੌਜ ਨੂੰ ਲੈ ਕੇ ਕੁਝ ਸਮੱਸਿਆ ਆ ਰਹੀ ਹੈ, ਕੀ ਹੈ ਪੂਰਾ ਮਾਮਲਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਐਜੂਕੇਸ਼ਨ ਕਮੇਟੀ ਵਿੱਚ ਮਸਲਾ ਇਹ ਆ ਰਿਹਾ ਹੈ ਕਿ ਬਹੁਮਤ ਨਾਲ ਇੱਕ ਕਮੇਟੀ ਬਣੀ ਹੈ। ਹਾਊਸ ਵਿੱਚ ਇੱਕ ਮੀਟਿੰਗ ਹੋਈ ਸੀ, ਕਿਉਂਕਿ ਦੋ ਗਰੁੱਪ ਹੈਗੇ ਨੇ, ਇਹਦੇ ਵਿੱਚ ਕੋਈ ਲੁਕਾਓ ਛਿਪਾਓ ਨਹੀਂ ਹੈਗਾ। ਪਹਿਲੇ ਉਹ ਬਰਾਬਰ ਉਹਨਾਂ ਦੀ ਸੰਖਿਆ ਸੀ। ਇੱਕ ਐਜੂਕੇਸ਼ਨ ਕਮੇਟੀ ਨੂੰ ਲੈ ਕੇ ਇੱਕ ਗਰੁੱਪ ਵਿੱਚ ਸੰਖਿਆ ਵੱਧ ਗਈ ਅਤੇ ਇੱਕ ਗਰੁੱਪ ਵਿੱਚ ਘੱਟ ਗਈ। ਉਹ ਇਸ ਕਰਕੇ ਜਿਹੜਾ ਹੈ ਬਹੁਮਤ ਦੇ ਹਿਸਾਬ ਨਾਲ ਐਜੂਕੇਸ਼ਨ ਕਮੇਟੀ ਬਣੀ ਹੈ। ਪਰ ਜਿਹੜੇ ਲੋਕ ਘਾਟੇ ਗਏ ਨੇ, ਉਹਦੇ ਵਿੱਚ ਪਦਾਧਿਕਾਰੀ ਵੀ ਹਨ ਸਾਡੇ, ਉਹ ਕਹਿੰਦੇ ਨੇ ਕਿ ਬਈ ਨਹੀਂ, ਅਜੇ ਇਹ ਫਾਈਨਲ ਨਹੀਂ ਹੋਣੀ ਚਾਹੀਦੀ, ਅਤੇ ਇਸ ਕਰਕੇ ਉਸ ਕਮੇਟੀ ਨੂੰ ਅਜੇ ਖਿੱਚਾਤਾਨ ਚੱਲ ਰਹੀ ਹੈ। ਅਤੇ ਤੁਸੀਂ ਕੀ ਜਾਣਨਾ ਚਾਹੁੰਦੇ ਹੋ? ਮੇਰਾ ਜਾਣਨਾ ਚਾਹੁੰਦੇ ਇਹ ਕਮੇਟੀਆਂ ਕੰਮ ਕੀ ਕਰਦੇ ਹਨ, ਅਤੇ ਇਹ ਇੱਕ ਗੱਲ ਹੋਰ ਵੀ ਆਈ, ਕਮੇਟੀ ਦੀ ਗੱਲ ਆਈ ਹੈ, ਇੱਕ ਜਿਹੜਾ ਆਪਣਾ ਗੁਰਦੁਆਰੇ ਦੀ ਰਜਿਸਟ੍ਰੇਸ਼ਨ ਹੈਗਾ, ਉਹਦੇ ਵਿੱਚ ਕੁਝ ਦਿੱਕਤ ਹੋ ਰਹੀ। 2-3 ਸਾਲ ਤੋਂ ਰਜਿਸਟ੍ਰੇਸ਼ਨ ਨਹੀਂ ਹੋ ਰਿਹਾ, ਉਹਦੇ ਵਿੱਚ ਗੁਰਦੁਆਰੇ ਦਾ ਨੁਕਸਾਨ ਹੋ ਰਿਹਾ, ਗੁਰਦੁਆਰਾ ਸਾਹਿਬ ਦਾ ਨੁਕਸਾਨ ਹੋ ਰਿਹਾ। ਸੰਗਤ ਦੇ ਜਿਹੜੇ ਮੱਥਾ ਟੇਕੀ ਹੋਏ ਪੈਸੇ, ਮਿਹਨਤ ਦੇ ਪੈਸੇ ਨੇ, ਉਹ ਸਕੂਲਾਂ ਵਿੱਚ ਜਾ ਰਹੇ ਨੇ। ਹਾਂਜੀ, ਹੁਣ 2-3 ਚੀਜ਼ਾਂ ਆ ਗਈਆਂ, ਮੈਂ ਸਾਰੀ ਕਲੀਅਰ ਕਰ ਦਿਆਂ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਰਾ 2 ਸਕੂਲ ਚਲਾਏ ਜਾ ਰਹੇ ਨੇ, 2 ਕਾਲਜ ਚਲਾਏ ਜਾ ਰਹੇ ਨੇ, ਇੱਕ ਮੁੰਡਿਆਂ ਦਾ, ਇੱਕ ਕੁੜੀਆਂ ਦਾ ਹੈ। ਇਹਨਾਂ ਦੋਵਾਂ ਦੀ ਤਨਖਾਹ ਦੀ ਜ਼ਿੰਮੇਦਾਰੀ ਅਗਰ ਉਹ ਰੈਗੂਲਰ ਭਰਤੀ ਹੈ ਤਾਂ ਗੌਰਮੈਂਟ ਦੀ ਹੈ, ਲੇਕਿਨ ਅਗਰ ਕੋਈ ਪੋਸਟ ਖਾਲੀ ਹੋ ਜਾਂਦੀ ਹੈ ਔਰ ਜਦੋਂ ਤੱਕ ਰੈਗੂਲਰ ਭਰਤੀ ਨਹੀਂ ਹੁੰਦੀ ਤਾਂ ਉਹਦੀ ਜਿਹੜੀ ਟੈਂਪਰੇਰੀ ਰੱਖੇ ਜਾਂਦੇ ਨੇ ਟੀਚਰ, ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੋਲਕ ਤੋਂ ਦੇਣਾ ਪੈਂਦਾ ਜੀ। ਇਸ ਕਰਕੇ ਪਿਛਲੇ 2-3 ਸਾਲ ਦੇ ਜਿਹੜੇ ਝਗੜੇ ਚੱਲ ਰਹੇ ਨੇ, ਕਈ ਬਲਕਿ 5-6 ਸਾਲ ਦੇ, ਪਿਛਲੀ ਕਮੇਟੀ ਤੋਂ ਐਜੂਕੇਸ਼ਨ ਕਮੇਟੀ ਵਿੱਚ ਖਿੱਚਾਤਾਨ ਹੈਗੀ ਹੈ ਕਿ ਮੈਂ ਪ੍ਰਧਾਨ ਬਣਨਾ, ਮੈਂ ਉਹਦਾ ਮੈਨੇਜਰ ਬਣਨਾ। ਇਸ ਖਿੱਚਾਤਾਨ ਦੇ ਦੌਰਾਨ ਜਿਹੜਾ ਹੈਗਾ, ਪਿਛਲੇ 5-6 ਸਾਲ ਤੋਂ ਗੁਰੂ ਘਰ ਦਾ ਹਰ ਸਾਲ 75 ਲੱਖ ਰੁਪਏ ਜਾਂ 80 ਲੱਖ ਰੁਪਏ ਤਨਖਾਹਾਂ ਵਿੱਚ ਨਿਕਲ ਜਾਂਦਾ ਹੈ, ਜਿਹੜਾ ਗੁਰੂ ਘਰ ਦੀ ਗੋਲਕ ਹੈਗੀ ਹੈ। ਔਰ ਇਹ ਸਭ ਝਗੜਿਆਂ ਦਾ ਪਰਿਣਾਮ ਹੈਗਾ, ਉਹਨਾਂ ਦਾ ਹੈਗਾ। ਇਸ ਵਾਰੀ ਵੀ ਜਿਹੜੀ ਕੋਸ਼ਿਸ਼ ਹੈਗੀ ਸੀ ਕਿ ਇਹਨੂੰ ਜਿੰਨਾ ਸਹਿਮਤੀ ਨਾਲ ਬਣਾ ਸਕੇ ਉਹ ਬਣ ਜਾਵੇ। ਹੁਣ ਬਹੁਮਤ ਦੇ ਨਾਲ ਬਣਨ 'ਤੇ ਵੀ ਇੱਕ ਜਿਹੜਾ ਗਰੁੱਪ, ਜਿਹੜੇ ਸਾਡੇ ਪਦਾਧਿਕਾਰੀ ਵੀ ਹੈਗੇ ਨੇ, ਉਹਦੇ ਵਿੱਚ ਇਹਨਾਂ ਨੂੰ ਓਬਜੈਕਸ਼ਨ ਹੈਗਾ। ਇਹ ਹੁਣ ਆਪਣਾ ਬਦਲਾ ਲੈ ਰਹੇ ਨੇ ਗੁਰੂ ਘਰ ਦੀ ਰਿਨਿਊਵਲ ਨਾਲ। ਅੱਛਾ, ਕਿ ਗੁਰੂ ਘਰ ਦਾ ਜਿਹੜਾ ਰਿਨਿਊਵਲ ਹੈ ਉਹ ਨਾ ਹੋਵੇ। ਨੁਕਸਾਨ ਕੀ ਹੋ ਰਿਹਾ ਉਹਦੇ 'ਚ? ਉਹਦਾ ਨੁਕਸਾਨ, ਉਹਨਾਂ ਦਾ ਮਤਲਬ ਹੈ ਕਿ ਇਹ ਸੁਸਾਇਟੀ ਸ਼ਾਇਦ ਨਾ ਮੰਨੀ ਜਾਵੇ ਐਜੂਕੇਸ਼ਨ ਦੀ, ਕਿ ਬਈ ਉਹ ਨਵੀਨੀਕਰਨ ਨਹੀਂ ਹੈਗੀ ਸੁਸਾਇਟੀ ਦੀ, ਰਿਨਿਊਵਲ ਨਹੀਂ ਹੋਈ, ਅਤੇ ਇਹਦੀ ਆਪੱਤੀ ਕੋਈ ਨਾ ਕੋਈ ਲੱਗ ਜਾਵੇ ਕਿ ਬਈ ਸੁਸਾਇਟੀ ਤੁਹਾਡੀ ਰਿਨਿਊਵਲ ਨਹੀਂ ਹੈ, ਇਸ ਕਰਕੇ ਐਜੂਕੇਸ਼ਨ ਕਮੇਟੀ ਤੁਹਾਡੀ ਮਾન્ય ਨਹੀਂ ਹੈ। ਤਾਂ ਸ਼ਾਇਦ ਇਸ ਤਰ੍ਹਾਂ ਦਾ ਦਾਅ ਪੇਚ ਕਾਨੂੰਨੀ ਦਾ, ਮੇਰਾ ਮਤਲਬ ਕਿਸੇ ਨੂੰ ਵੀ ਗੁਰੂ ਘਰ ਦਾ ਦੁਖੀ ਨਹੀਂ ਹੋਣਾ ਚਾਹੀਦਾ। ਉਹ ਖਾਸ ਤੌਰ 'ਤੇ ਜਿਹੜੇ ਡਾਇਰੈਕਟਰ ਆਏ ਨੇ, ਉਹ ਉਸੇ ਪੇੜ ਨੂੰ ਵੱਢ ਰਹੇ ਨੇ ਜਿਹੜੇ ਪੇੜ ਦੀ ਉਹ ਸ਼ਾਖਾ ਹੈਗੇ ਨੇ। ਆਪਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਸਾਇਟੀ ਬਣੀ ਹੋਈ ਹੈ, ਉਸ ਸੁਸਾਇਟੀ ਨਾਲ ਕਿਸੇ ਦਾ ਦੁੱਖ ਨਹੀਂ ਹੋਣਾ ਚਾਹੀਦਾ, ਕਿਸੇ ਦੀ ਦੁਸ਼ਮਣੀ ਨਹੀਂ ਹੋਣੀ ਚਾਹੀਦੀ। ਅਤੇ ਇਹ ਸਮੱਸਿਆ ਹੈ ਕਿ ਇਹ 11 ਲੋਕ ਹੈਗੇ ਨੇ 27 ਵਿੱਚੋਂ, ਜਿਹੜੇ ਕਹਿੰਦੇ ਨੇ ਸੁਸਾਇਟੀ ਦਾ ਰਿਨਿਊਵਲ ਨਾ ਹੋਵੇ। ਅਗਰ ਕੋਈ ਸਾਈਨ ਨਹੀਂ ਕਰਦਾ, ਇਹਦਾ ਮਤਲਬ ਹੈ ਕਿ ਮੈਂ ਚਾਹੁੰਦਾ ਕਿ ਨਾ ਹੋਵੇ, ਮਤਲਬ ਗੁਰੂ ਘਰ ਦਾ ਨੁਕਸਾਨ ਹੋਵੇ। ਇਹਦੇ ਵਿੱਚ ਉਹਨਾਂ ਨੂੰ ਖੁਸ਼ੀ ਮਿਲ ਰਹੀ ਹੈ ਜਾਂ ਉਹਨਾਂ ਦੀ ਆਤਮਾ ਤ੍ਰਿਪਤ ਹੋ ਰਹੀ ਹੈ, ਇਹ ਪ੍ਰੋਬਲਮ ਹੈ। ਗੱਲ ਕਰੀਏ ਜਿਹੜੀ, ਅਗਰ ਇਹਦੇ 'ਚ ਆਰਥਿਕ ਨੁਕਸਾਨ ਕਿੰਨਾ ਹੋਏਗਾ ਗੁਰਦੁਆਰੇ ਨੂੰ ਐਜੂਕੇਸ਼ਨ ਕਮੇਟੀ ਤੋਂ ਬਗੈਰ? ਜਿਹੜੀ ਗੁਰਦੁਆਰੇ ਦੀ ਕਮੇਟੀ ਰਜਿਸਟ੍ਰੇਸ਼ਨ ਦੀ ਗੱਲ ਕਰਨੇ ਆ ਆਪਾਂ, ਅਗਰ ਉਹਦੇ 'ਚ ਕੋਈ ਇਨਕਮ ਟੈਕਸ ਦਾ ਜਾਂ ਇਸ ਤਰ੍ਹਾਂ ਦੇ ਕੋਈ ਟੈਕਸ ਦੇਣੇ ਪੈਣਗੇ? ਦੇਖੋ, ਪਹਿਲਾ ਸਿੱਧਾ ਨੁਕਸਾਨ ਹੈਗਾ ਹੈ ਕਿ ਸੁਸਾਇਟੀ ਦੇ ਨਾਲ ਕਈ ਸੁਵਿਧਾ ਜੁੜੀਆਂ ਹੁੰਦੀਆਂ ਨੇ ਜੀ। ਸੁਸਾਇਟੀ ਆਪਣੇ ਆਪ ਵਿੱਚ ਤੁਹਾਡੀ ਲੀਗਲ ਐਂਟਿਟੀ, ਅਸੀਂ ਡਾਇਰੈਕਟਰ ਵੀ ਉਸੇ ਤੇ ਸੁਸਾਇਟੀ ਦੇ ਗਏ, ਜਿਹਨੂੰ ਅਸੀਂ ਚਾਹੁੰਦੇ ਕਿ ਰਿਨਿਊਵਲ ਹੀ ਨਾ ਹੋਵੇ। ਇਲੈਕਸ਼ਨ ਵੀ ਜਿਹੜਾ ਹੋ ਗਿਆ, ਕਿਉਂਕਿ ਉਹ ਕੋਰਟ ਦੇ ਪ੍ਰੋਸੀਜਰ ਨਾਲ ਹੋਇਆ, ਨਹੀਂ ਤਾਂ ਇਲੈਕਸ਼ਨ, ਇੱਕ ਡੈਡ ਸੁਸਾਇਟੀ ਦਾ ਇਲੈਕਸ਼ਨ ਨਾ ਹੁੰਦਾ ਹੋ ਸਕਦਾ। ਅਤੇ ਦੂਸਰੀ ਚੀਜ਼ ਹੈ ਕਿ ਅਗਰ ਇਹ ਸੁਸਾਇਟੀ, ਐਜੂਕੇਸ਼ਨ ਸੁਸਾਇਟੀ ਰੁਕੀ ਹੋਈ ਹੈ ਇਹਦੇ ਕਾਰਨ, ਤਾਂ 5-6 ਲੱਖ ਰੁਪਏ ਦਾ ਹਰ ਮਹੀਨੇ ਦੀ ਗੋਲਕ ਜਾ ਰਹੀ ਹੈ। ਤੀਸਰਾ ਹੈਗਾ ਕਿ ਅੱਜ ਸੁਸਾਇਟੀ ਅੱਜ ਸੁਸਾਇਟੀ ਦੇ ਕਾਰਨ ਜਿਹੜਾ ਹੈ ਸਾਨੂੰ ਇਨਕਮ ਟੈਕਸ ਤੋਂ ਛੂਟ ਹੈ। ਅੱਛਾ,
ਕੱਲ ਨੂੰ ਇਨਕਮ ਟੈਕਸ ਵੀ ਇਸੇ ਆਧਾਰ ਤੇ ਛੂਟ ਆਪਣੀ ਵਾਪਸ ਲੈ ਸਕਦਾ ਹੈ, ਉਹਨਾਂ ਕੋਲ ਇੱਕ ਗਰਾਊਂਡ ਬਣ ਸਕਦੀ ਹੈ। ਅੱਛਾ, ਹੋਰ ਬਿਜਲੀ ਦੇ ਬਿੱਲ ਵਗੈਰਾ ਇਹੋ ਜਿਹੀ ਚੀਜ਼ਾਂ ਕੋਈ ਜਿਹੜੇ ਧਾਰਮਿਕ ਸਥਾਨ ਹੋਣ ਕਰਕੇ ਬਿਜਲੀ ਦਾ ਬਿੱਲ ਵੀ ਆਪਾਂ ਨੂੰ ਇੱਕ ਧਾਰਮਿਕ ਸੰਸਥਾ ਦੇ ਨਾਂ ਤੇ ਦੂਸਰੇ ਰੇਟ ਤੇ ਲੋ ਰੇਟ ਤੇ ਮਿਲਦਾ ਹੈ। ਲੇਕਿਨ ਅਗਰ ਆਪਾਂ ਆਪਣੀ ਕਮਜ਼ੋਰੀ ਦੇਵਾਂਗੇ ਤਾਂ ਕੋਈ ਵੀ ਆਬਜੈਕਸ਼ਨ ਕਰ ਸਕਦਾ ਹੈ ਕਿ ਤੁਹਾਡੀ ਚੈਰਿਟੀ ਸੰਸਥਾ ਨਹੀਂ ਹੈਗੀ, ਜਾਂ ਇਸ ਤਰ੍ਹਾਂ ਦੇ ਕੋਈ ਵੀ ਟੈਕਨੀਕਲ ਫਾਲਟ ਢੂੰਢ ਕੇ ਕਈ ਜਗ੍ਹਾ ਤੇ ਨੁਕਸਾਨ ਹੋ ਸਕਦਾ। ਸਿੱਖ ਸਮਾਜ ਗੁਰੂ ਨਾਨਕ ਨਾਮ ਲੇਵਾ ਸੰਗਤ ਬੜੀ ਉਮੀਦ ਨਾਲ ਵੇਖ ਰਹੀ ਹੈ ਇਸ ਟਾਈਮ ਗੁਰਦੁਆਰਾ ਪਰਿਸਰ ਵੱਲੇ, ਤੁਹਾਡੇ ਵੱਲੇ, ਕਿ ਇਹ ਜਿਹੜੇ ਵਿਵਾਦ ਨਿਪਟਾਏ ਜਾਣ। ਕੀ ਅਪੀਲ ਕਰਨਾ ਚਾਹੋਗੇ? ਦੇਖੋ, ਮੈਂ ਚਾਹੁੰਦਾ ਕਿ ਮੈਨੂੰ ਸੰਗਤ ਦਾ ਸਪੋਰਟ ਮਿਲੇ। ਸੰਗਤ ਦਾ ਸਪੋਰਟ ਮੈਂ ਇਸ ਤਰੀਕੇ ਚਾਹੁੰਦਾ ਕਿ ਜਿਹੜੇ ਮੈਂਬਰ, ਜਿਹੜੇ ਡਾਇਰੈਕਟਰ ਆਪਣੇ ਪਦਾਂ ਵਾਸਤੇ ਗੁਰਦੁਆਰੇ ਦਾ ਨੁਕਸਾਨ ਕਰ ਰਹੇ ਨੇ, ਉਹ ਸੰਗਤ ਹੀ ਉਹਨਾਂ ਨੂੰ ਕੋਲ ਪੁੱਛ ਸਕਦੀ ਹੈ ਕਿ ਇਹਨਾਂ ਡਾਇਰੈਕਟਰਾਂ ਨੂੰ ਇਸੇ ਕੰਮ ਵਾਸਤੇ ਭੇਜਿਆ ਕਿ ਉਹ ਬਈ ਜਿਤਨਾ ਹਰ ਨਾਲ ਲੱਗਾ ਰਹਿੰਦਾ ਹੈ, ਕੋਈ ਅੱਜ ਪ੍ਰਧਾਨ ਹੋ ਸਕਦਾ ਹੈ, ਨਹੀਂ ਹੋ ਸਕਦਾ, ਕੋਈ ਕਿਸੇ ਪਦ ਤੇ ਆ ਸਕਦਾ ਹੈ, ਕਿਸੇ ਜਿਹੜੀ ਸੰਗਤ ਨੇ ਜਾਂ ਗੁਰਦੁਆਰੇ ਸਾਹਿਬ ਤੋਂ ਸੇਵਾ ਮਿਲੇਗੀ ਉਹ ਕਰਨੀ ਚਾਹੀਦੀ ਹੈ। ਸੰਗਤ ਨੇ ਜਿਹਨੂੰ ਭੇਜਿਆ ਜਾਂ ਡਾਇਰੈਕਟਰਾਂ ਦੇ ਬਹੁਮਤ ਤੋਂ ਜਿਹੜੇ ਨਿਰਣੇ ਹੁੰਦੇ ਨੇ ਉਸ ਹਿਸਾਬ ਨਾਲ ਹੀ ਸਾਰੇ ਕੰਮ ਹੁੰਦੇ ਨੇ। ਲੇਕਿਨ ਅਗਰ ਉਹ ਇਹ ਕਵੇ ਕਿ ਕੋਈ ਕਿ ਮੈਂ ਅਗਰ ਨਹੀਂ ਬਣ ਸਕਿਆ ਤਾਂ ਮੈਂ ਇਹਨੂੰ ਰਹਿਣ ਹੀ ਨਹੀਂ ਦੇਣਾ, ਗੁਰਦੁਆਰੇ ਨੂੰ ਹੀ ਨਹੀਂ ਰਹਿਣ ਦੇਣਾ, ਜਾਂ ਗੁਰਦੁਆਰੇ ਦੀ ਸੁਸਾਇਟੀ ਦਾ ਰਿਨਿਊਵਲ ਨਾ ਹੋਵੇ, ਇਹ ਸੰਗਤ ਵੀ ਜਾਣ ਸਕਦੀ ਹੈ। ਕੋਈ ਕਾਮਨ ਸੈਂਸ ਹੈ, ਮੈਂ ਵੀ ਜਾਣ ਸਕਣਾ। ਇਹ ਉਚਿਤ ਹੈ ਜਾਂ ਅਨੁਚਿਤ ਹੈ, ਇਹ ਨਿਰਣੇ ਸੰਗਤ ਵੀ ਕਰ ਸਕਦੀ ਹੈ। ਔਰ ਸੰਗਤ ਆਪਣੇ ਡਾਇਰੈਕਟਰਾਂ ਕੋਲੋਂ ਪੁੱਛੇ, ਆਪਣੇ ਗੁਰਦੁਆਰਿਆਂ ਤੋਂ ਪੁੱਛੇ ਕਿ ਬਈ ਕਿਉਂ ਨਹੀਂ ਤੁਹਾਨੂੰ ਜਿਹਨੂੰ ਭੇਜਿਆ ਗਿਆ ਉਹ ਗੁਰਦੁਆਰੇ ਦੇ ਰਿਨਿਊਵਲ ਨਾਲ ਤੁਹਾਡੀ ਕੀ ਤਕਲੀਫ ਹੈ। ਚਲ ਇਹ ਹੋ ਗਈ ਗੁਰਦੁਆਰੇ ਦੀ ਗੱਲ, ਐਜੂਕੇਸ਼ਨ ਕਮੇਟੀ ਦੀ ਗੱਲ। ਇੱਕ ਨਾਮਦਾਰੀ ਸੰਪਰਦਾਇ ਦੇ ਜਿਹਨੇ ਡੇਰੇ ਵਿੱਚ ਪ੍ਰੋਗਰਾਮ ਕੀਤਾ, ਡੇਰਾ ਨਾਨਕ ਮਤਾ, ਕਿਉਂਕਿ ਨਾਨਕ ਮਤਾ ਗੁਰਦੁਆਰਾ ਪਰਿਸਰ ਅਤੇ ਡੇਰੇ ਵਿੱਚ ਜ਼ਿਆਦਾ ਫਰਕ ਸੰਗਤ ਨੂੰ ਨਹੀਂ ਪਤਾ, ਇਹ ਹਕੀਕਤ ਹੈ। ਉਸ ਡੇਰੇ ਦੇ ਵਿੱਚ ਇੱਕ ਨਾਮਦਾਰੀ ਸੰਪਰਦਾਇ ਦਾ ਆਪਦੇ ਤਰੀਕੇ ਨਾਲ ਅਰਦਾਸ ਕੀਤੀ ਗਈ, ਪ੍ਰਾਰਥਨਾ ਕੀਤੀ ਗਈ। ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਆਪਾਂ ਕਹਿੰਦੇ ਹਾਂ, ਅਸੀਂ ਕਹਿੰਦੇ ਹਾਂ, ਉਹਨਾਂ ਦੇ ਹਿਸਾਬ ਨਾਲ ਉਹ ਸਹੀ ਨੇ। ਆਪਣੀ ਲੜਾਈ ਉਹ ਨਹੀਂ ਹੈਗੀ ਕਿ ਨਾਮਦਾਰੀ ਸੰਪਰਦਾਇ ਕਿਵੇਂ ਜੀਵਨ ਯਾਪਨ ਕਰਦਾ, ਕਿਵੇਂ ਪੂਜਾ ਪਾਠ ਕਰਦਾ, ਕਿਸ ਤਰ੍ਹਾਂ ਰਹਿਣ ਸਹਿਣ ਉਹਨਾਂ ਦਾ। ਆਪਣੀ ਵਿਸ਼ਾ ਇਹ ਹੈਗਾ ਕਿ ਡੇਰੇ ਦੇ ਅੰਦਰ ਇਹ ਕਾਰਵਾਈ ਹੋਈ, ਕਮੇਟੀ ਦੇ ਮੈਂਬਰ ਉੱਥੇ ਮੌਕੇ 'ਤੇ ਮੌਜੂਦ ਸੀ। ਤੁਹਾਡਾ ਕੀ ਕਹਿਣਾ? ਸੰਗਤ ਇਹ ਬੜੀ ਤੁਹਾਡੇ ਲਈ ਵੇਖ ਰਹੀ ਹੈ ਕਿ ਮਤਲਬ ਤੁਹਾਡਾ ਬਿਆਨ ਆਵੇ, ਤੁਸੀਂ ਇਹਦੇ ਆਥੋਰਾਈਜ਼ ਬਿਆਨ ਦਿਓ ਕਿ ਕਿਸ ਤਰ੍ਹਾਂ ਇਸ ਮਾਮਲੇ ਨੂੰ ਨਿਪਟਾਇਆ ਜਾਏਗਾ ਅਤੇ ਕੀ ਇਹਦੇ ਵਿੱਚ ਚੱਲ ਰਿਹਾ। ਦੇਖੋ, ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੀ ਚੀਜ਼ ਤਾਂ ਹੈਗੀ ਕਿ ਇਹ ਨਾਮ ਆ ਜਾਂਦਾ ਹੈ ਕਿ ਨਾਨਕ ਮਤਾ ਸਾਹਿਬ ਵਿੱਚ ਐਸਾ ਹੋਇਆ ਹੈ। ਹਾਂਜੀ ਹਾਂਜੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ, ਕੋਈ ਰੋਲ ਨਹੀਂ ਹੈ, ਕੋਈ ਯੋਗਦਾਨ ਨਹੀਂ ਹੈ। ਜੀ ਜੀ। ਨਾ ਤਾਂ ਇਹ ਕਮੇਟੀ ਨੇ ਆਰਗੇਨਾਈਜ਼ ਕੀਤਾ ਕੋਈ ਫੰਕਸ਼ਨ ਇਸ ਤਰ੍ਹਾਂ ਦਾ ਜੀ, ਨਾ ਗੁਰਦੁਆਰੇ ਸਾਹਿਬ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਚੀਜ਼ ਹੋਈ ਹੈ। ਲੇਕਿਨ ਕਾਰ ਸੇਵਾ ਜਿਹੜਾ ਹੈਗਾ ਹੈ ਉਹ ਤੁਹਾਨੂੰ ਵੀ ਪਤਾ ਹੈਗਾ ਹੈ ਕਿ ਗੁਰਦੁਆਰੇ ਨਾਲ ਜੁੜੀ ਹੋਈ ਸੰਸਥਾ ਹੈ, ਪਰ ਉਹਦਾ ਕੰਟਰੋਲ ਕਮੇਟੀ ਕੋਲ ਨਹੀਂ ਹੈਗਾ। ਉਹ ਬਾਬਾ ਬਚਨ ਸਿੰਘ ਜੀ ਅੱਜ ਦੀ ਡੇਟ 'ਚ ਉੱਥੇ ਦੇ ਮੁਖੀ ਹੈਗੇ ਨੇ, ਉਹਨਾਂ ਦਾ ਕੰਟਰੋਲ ਹੈਗਾ ਹੈ। ਅਤੇ ਉੱਥੇ ਕਾਰ ਸੇਵਾ ਵਾਲੇ ਇਹ ਗਤੀਵਿਧੀ ਜਿਹੜੀ ਹੋਈ ਹੈ ਕਾਰ ਸੇਵਾ ਤੋਂ ਹੋਈ ਹੈ। ਫਿਰ ਵੀ ਕਿਉਂਕਿ ਕਮੇਟੀ ਦਾ ਨਾਂ ਆਇਆ, ਕਮੇਟੀ ਦੇ ਪਦਾਧਿਕਾਰੀ ਦੀ ਵੀ ਗੱਲ ਆਈ ਹੈ ਜਿਹੜੀ ਤੁਸੀਂ ਦੱਸੀ ਹੈ। ਅਸੀਂ ਕੱਲ੍ਹ ਕਮੇਟੀ ਦੀ ਮੀਟਿੰਗ ਕੀਤੀ ਸੀ। ਕਮੇਟੀ ਵਿੱਚ 27 ਵਿੱਚੋਂ 24 ਮੈਂਬਰ ਮੌਜੂਦ ਹੈਗੇ ਸੀ, ਅਤੇ ਅਸੀਂ ਜਿਹੜੇ ਪਦਾਧਿਕਾਰੀ ਉੱਥੇ ਗਏ ਨੇ ਉਹਨਾਂ ਦਾ ਜਵਾਬ ਵੀ ਤਲਬ ਕੀਤਾ ਹੈ। ਉਹਨਾਂ ਲਿਖਿਤ ਬਿਆਨ ਵੀ ਦਿੱਤਾ ਹੈ, ਉਹਨਾਂ ਇਸ ਘਟਨਾ ਦੀ ਨਿੰਦਾ ਵੀ ਕੀਤੀ ਹੈ, ਔਰ ਉਹਨਾਂ ਇਹ ਵੀ ਕਿਹਾ ਕਿ ਬਈ ਅਸੀਂ ਗਏ ਸੀ ਆਮੰਤਰਣ 'ਤੇ, ਪਰ ਸਾਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਸੀ। ਅਤੇ ਅਸੀਂ ਇਹ ਵੀ ਫੈਸਲਾ ਕੀਤਾ ਹੈ ਕਿ ਅਸੀਂ ਕਾਰ ਸੇਵਾ ਦੇ ਜਿਹੜੇ ਪ੍ਰਮੁੱਖ ਹੈਗੇ ਨੇ, ਅਸੀਂ ਉਹਨਾਂ ਨੂੰ ਵੀ ਇੱਕ ਚਿੱਠੀ ਪਾਵਾਂਗੇ ਕਿ ਕਾਰ ਸੇਵਾ ਜਿਹੜੀ ਹੈਗੀ ਹੈ ਗੁਰਦੁਆਰੇ ਦੇ ਨਾਲ ਜੁੜੀ ਹੋਈ ਹੈ। ਉੱਥੇ ਸਿੱਖ ਸੰਪਰਦਾਇ ਦੀ ਜਿਹੜੇ ਸਾਡੇ ਸਿਧਾਂਤ ਹੈਗੇ ਨੇ ਉਹਦੇ ਅਨੁਰੂਪ ਹੀ ਸਾਰੇ ਪ੍ਰੋਗਰਾਮ ਹੋਣੇ ਚਾਹੀਦੇ ਨੇ। ਉਹ ਟਕਰਾਓ ਵਾਲੇ ਐਸੇ ਪ੍ਰੋਗਰਾਮ ਨਹੀਂ ਹੋਣੇ ਚਾਹੀਦੇ ਜਿਹਦੇ ਨਾਲ ਸਿੱਖ ਸੰਗਤ ਵਿੱਚ ਰੋਸ਼ ਹੋਵੇ। ਉਹਨਾਂ ਨੂੰ ਰਹਿਤ ਮਰਿਆਦਾ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੇ ਜਿਹੜੇ ਸਿਧਾਂਤ ਨੇ, ਉਹਨਾਂ ਦੇ ਜਿਹੜੇ ਨਿਰਦੇਸ਼ ਨੇ, ਉਹਨਾਂ ਦੇ ਅਨੁਰੂਪ ਹੀ ਸਾਰੀ ਕਾਰਵਾਈਆਂ ਕਰਨੀਆਂ ਚਾਹੀਦੀਆਂ ਨੇ। ਅਤੇ ਕਮੇਟੀ ਦਾ ਆਪਣਾ ਨਿਰਣੇ ਇਹੀ ਹੈ, ਇਹ ਸਟੈਂਡ ਹੈਗਾ। ਇਹ ਸਨ ਹਰਬੰਸ ਸਿੰਘ ਚੁੱਗ, ਜਿਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਜਿਹੜਾ ਉੱਥੇ ਵਿਵਾਦ ਹੋਇਆ ਹੈ ਉਹਦੇ ਵਾਸਤੇ ਦਰਬਾਰ ਸਾਹਿਬ, ਅਕਾਲ ਤਖਤ ਤੇ SGPC ਨੂੰ ਲੈਟਰ ਲਿਖੇ ਗਏ ਨੇ, ਪੱਤਰਾਚਾਰ ਕੀਤੇ ਗਏ ਨੇ। ਕਿਸੇ ਨੂੰ ਸਜ਼ਾ ਦੇਣ ਦਾ ਅਧਿਕਾਰ ਇਹਨਾਂ ਵੱਲੋਂ ਜਾਂ ਇਹਨਾਂ ਦੀ ਕਮੇਟੀ ਵੱਲੋਂ ਨਹੀਂ ਹੈਗਾ। ਇਹਦਾ ਨਿਰਣਾ ਸਰਬਤ ਖਾਲਸਾ
ਤੇ ਅਕਾਲ ਤਖਤ ਵੱਲ ਹੋਏਗਾ। ਇੱਕ ਸਵਾਲ ਹੋਰ ਆ ਰਿਹਾ ਸੀ, ਐਜੂਕੇਸ਼ਨ ਕਮੇਟੀਆਂ ਵਿੱਚ ਕੁਝ ਟੀਚਰ ਰੱਖੇ ਗਏ, ਨਿਯੁਕਤੀਆਂ ਹੋਈਆਂ ਗਈਆਂ, ਉਹ ਜਦ ਕਮੇਟੀ ਹੈ ਹੀ ਨਹੀਂ ਸੀ ਤੇ ਉਹਦੇ ਵਿੱਚ ਫਿਰ ਇਹ ਅਗਲੀ ਪ੍ਰਕਿਰਿਆ ਤੇ ਅਗਲਾ ਕਦਮ ਤੁਹਾਡਾ ਕੀ ਰਹੇਗਾ? ਦੇਖੋ, ਇੱਕ ਨਵਾਂ ਮਸਲਾ ਆਇਆ ਸੀ ਹੁਣੇ। ਮੈਂ ਬੇਸਿਕਲੀ ਆਪਣੇ ਕਿਸੇ ਪਰਸਨਲ ਕਾਰਨ ਨਾਲ ਘਰ ਦੇ ਅੰਦਰ ਪ੍ਰੋਗਰਾਮ ਸੀ, ਮੈਂ ਛੁੱਟੀ ਲਈ ਸੀ ਥੋੜ੍ਹੇ ਦਿਨ ਦੀ। ਮੈਨੂੰ ਇਹ ਪਤਾ ਲੱਗਾ ਕਿ ਇੱਕ ਅਪਾਇੰਟਮੈਂਟ ਕੋਈ ਹੋਇਆ ਜਾਂ 2 ਅਪਾਇੰਟਮੈਂਟ, ਇੱਕ ਮੈਂ ਅਜੇ ਪੁਸ਼ਟੀ ਕਰ ਲਈ ਹੈ, ਮੈਂ ਅਪਾਇੰਟਮੈਂਟ ਹੋਏ ਨੇ ਅਤੇ ਟੈਂਪਰੇਰੀ ਅਪਾਇੰਟਮੈਂਟ ਹੈ, ਕਿਸੇ ਜਗ੍ਹਾ 'ਤੇ ਖਾਲੀ ਜਗ੍ਹਾ ਕਰਕੇ ਕੀਤਾ। ਤਾਂ ਗੁੱਡ ਫੇਥ ਹੈ ਸ਼ਾਇਦ ਇਸ ਵਾਸਤੇ ਕਿ ਵੀ ਬੱਚਿਆਂ ਦੀ ਸਿੱਖਿਆ ਨਾ ਹੋਵੇ, ਲੇਕਿਨ ਨਹੀਂ ਕਰਨਾ ਚਾਹੀਦਾ ਸੀ, ਕਿਉਂਕਿ ਹਾਊਸ ਦੇ ਅੰਦਰ ਸਾਰੇ ਡਾਇਰੈਕਟਰਾਂ ਨੂੰ ਇੱਕ ਤਾਂ, ਕਿਉਂਕਿ ਐਜੂਕੇਸ਼ਨ ਕਮੇਟੀ ਜਿਹੜੀ ਬਣੀ ਹੋਈ ਹੈ, ਜਦੋਂ ਤੱਕ ਕੋਈ ਨਵੀਂ ਕਮੇਟੀ ਨਹੀਂ ਹੈਗੀ ਜਿਹੜੀ ਚੁਣੀ ਗਈ ਹੈ, ਉਹਦੇ ਮਾਧਿਅਮ ਨਾਲ ਹੀ ਕੋਈ ਚੀਜ਼ ਹੋ ਸਕਦੀ ਹੈ। ਮਤਲਬ ਇਹ ਉਹ ਗਰੁੱਪ ਅਪਾਇੰਟਮੈਂਟ ਵਿੱਚ ਇੰਟਰਸਟਿਡ ਹੈਗਾ ਜਿਹੜਾ ਹਾਰਿਆ ਹੋਇਆ ਹੈ, ਔਰ ਉਹਨਾਂ ਜਿਹੜਾ ਹੈ ਐਜੂਕੇਸ਼ਨ ਕਮੇਟੀ ਤੋਂ ਬਗੈਰ ਇਹ ਅਪਾਇੰਟਮੈਂਟ ਕੀਤਾ। ਦੂਸਰਾ ਜਿਹੜਾ ਹੈਗਾ ਕਿ ਫੁੱਲ ਹਾਊਸ ਜਿਹੜਾ ਹੈਗਾ 27 ਮੈਂਬਰਾਂ ਦਾ, ਜਦੋਂ ਤੱਕ ਕੋਈ ਕਮੇਟੀ ਅਗਰ ਵਜੂਦ ਨਹੀਂ ਮੰਨੀ ਜਾਂਦੀ ਤਾਂ ਕੋਈ ਵੀ ਫੈਸਲਾ ਜਿਹੜਾ ਹੈ ਡਾਇਰੈਕਟਰਾਂ ਦੇ ਸਾਮੂਹਿਕ ਰੂਪ ਨਾਲ ਪ੍ਰਬੰਧਕ ਕਮੇਟੀ ਦੇ ਅੰਦਰ ਹੀ ਹੋਣਾ ਚਾਹੀਦਾ ਹੈ। ਉਸ ਤੋਂ ਵੀ ਕਿਉਂਕਿ ਇਹ ਲੁਕਾ ਕੇ ਹੋਇਆ ਹੈ, ਇਹਨੂੰ ਮੈਂ ਮਨਜ਼ੂਰੀ ਨਹੀਂ ਦਿੱਤੀ। ਮੈਨੂੰ ਜਦੋਂ ਪਤਾ ਲੱਗਾ ਹੈ ਮੈਂ ਇਹਨੂੰ ਕੈਂਸਲ ਕਰ ਦਿੱਤਾ ਕਿ ਇਹਦੀ ਸੈਲਰੀ ਗੁਰਦੁਆਰਾ ਨਹੀਂ ਦੇਗਾ, ਅਤੇ ਇਹ ਪੋਜੀਸ਼ਨ ਹੈਗੀ ਹੈ, ਔਰ ਇਹ ਨੈਤਿਕ ਰੂਪ ਨਾਲ ਇਹ ਚੋਰੀ ਛਿਪੇ ਇਸ ਤਰ੍ਹਾਂ ਦੇ ਕੰਮ ਠੀਕ ਨਹੀਂ। ਹਰਬੰਸ ਸਿੰਘ ਜੀ ਨੇ ਇੱਕ ਨਵੀਂ ਗੱਲ ਦੱਸੀ ਹੈ ਕਿ ਜਿਹੜੀ ਕਮੇਟੀ ਦਾ ਰਜਿਸਟ੍ਰੇਸ਼ਨ ਰੁਕਿਆ ਹੋਇਆ ਉਹਦੇ ਵਾਸਤੇ ਵਿੱਚ ਵੀ ਬੈਕ ਡੇਟ ਜਾਂ ਕਿਸੇ ਹੋਰ ਤਰੀਕੇ ਨਾਲ ਕੁਝ ਭਰਤੀਆਂ ਕੀਤੀਆਂ ਗਈਆਂ ਟੀਚਰਸ ਦੀਆਂ, ਅਤੇ ਉਹਦੇ ਵਿੱਚ ਇਹ ਜਿਹੜੀ ਭਰਤੀ ਹੋਈ ਹੈ ਉਹਨੂੰ ਵੀ ਕੈਂਸਲ ਕਰਤਾ ਗਿਆ। ਹਮਦਰਦ ਟੀਵੀ ਲਈ ਮਹਿੰਦਰਪਾਲ ਸਿੰਘ, ਉੱਤਰਾਖੰਡ।